सो इस सब दे दिमाग दे विच आउंदा सी कि प्रियव्रत दे नां दे नाल फौजी क्यों है, तां हुण उसदा कंसैप्ट भी क्लीयर हुंदा होया नजर आ रहा है। तो बहुत वड्डे खुलासे ने, क्योंकि जेकर अजिहे हथियार इस दे विच बरामद कीते गए ने जिन्हां नूं चलाया जाना सी, तां उसदी टेक्नीक भी जिहड़ी है वो सुभाविक तौर ते आउणी चाहीदी है। ते शूटर कौन सीगे उस नूं लैके हुण एक खुलासा हो रहा है। सीधा चलदे मनोज राठी ने लगातार चर्चा दे लई मनोज खास तौर ते वड्डे खुलासे हो रहे ने, तां कह सकदे हां कि हुण ज्यादातर गुत्थी सुलझदी हुई नजर आ रही है। कुछ अजे भी लोग ने शार्प शूटर ने जिहड़े कि गिरफ्त तो बाहर ने, पर जेकर प्रियव्रत फौजी की गल करदे हां तां फौज दे विच होण दे बावजूद उस दे वल्लों अजिहे क्राइम नूं अंजाम दिता गया। देखो गुरजोत, प्रियव्रत फौजी की असीं गल कर लीए 2013 ਜਿਹੜਾ सेना च भर्ती होया, इनू उत्थे मैडल भी मिले। 2015 च इनू मैडल भी मिले हुए हैं। पहलवानी की इन्हें, कुश्ती करता सी। एक बहुत ही जिदा इहदे परिवार नाल असीं गलबात की, साडी टीम ने इन्हां दे परिवार नाल गलबात की। बड़े ही गरीब परिवार दा है। संतोष देवी इन्हां दी जिहड़ी मदर है, उन्हां दे जिहड़े आपस ते जिहड़े गांव जिहड़ा हैगा गढ़ी सिसाना, ये हरियाणा के सोनीपत के एक बहुत ही छोटा जा पिंड है गढ़ी सिसाना, जिथे दा प्रियव्रत फौजी है। इसकी पूरी बैकग्राउंड हिस्टरी असी कढ़ाई है कि किस तरह का ये 10वीं ने पास की। उस तो बाद ये ਜਿਹੜਾ ਹੈਗਾ ਕਾਫੀ ਗਰੀਬ ਪਰਿਵਾਰ ਦਾ ਮੁੰਡਾ ਹੁੰਦਾ ਸੀਗਾ ਤੇ 2013 ਚ सेना ਚ ਭਰਤੀ ਹੋਇਆ। ਉਸ ਤੋਂ ਬਾਅਦ ਇਹ ਪਹਿਲਵਾਨੀ ਇਹਨੇ ਕੀਤੀ, ਕੁਸ਼ਤੀ ਕੀਤੀ। ਉਸ ਤੋਂ ਬਾਅਦ ਇਹਨੂੰ 2015 ਚ ਜਦ ਇਹ ਪਿੰਡ ਪਹੁੰਚਦਾ ਹੈ, जब अपने पिंड गढ़ी सिसाना पहुंचता है तो इसका बहुत ही फुल्लां नाल स्वागत करते हैं पिंड वाले। लेकिन उस तो बाद इसका एक साथी, उसी पिंड का साथी दस्या जा रहा, जिहड़ा मोनू डागर, जिहड़ा इस सिद्धू मूसेवाले केस च भी जुड़ रहा है, यह भी नामजद हैगा, उहदी भी जिहड़ी गिरफ्तारी हुई है। इहदे विच सारी चीज़ां नूं लैके मोनू डागर दे नाल मिल के एक होर मुंडे नाल मिल के इन्हें एक मर्डर किया सीगा। 2015 की गल है। 2015 तो लैके मर्डर तो बाद ਇਹਦੀ ਜਿਹੜੀ ਹਿਸਟਰੀ ਹੈ ਉਹ ਲਗਾਤਾਰ ਬਦਲਦੀ ਗਈ। ਉਸ ਤੋਂ ਬਾਅਦ ਇਹ ਰਾਮਕਰਨ ਜਿਹੜਾ ਇੱਕ ਗੈਂਗਸਟਰ ਹੁੰਦਾ ਸੀਗਾ ਸੋਨੀਪਤ ਦਾ, ਉਹਦੇ ਨਾਲ ਮਿਲ ਗਿਆ। ਇਹਨੂੰ ਮਿਲਵਾਉਣ ਵਾਲਾ ਸੀਗਾ, ਇਹਨੂੰ ਇਹ ਸਾਰੇ ਦਲਦਲ 'ਚ ਜਾਣ ਵਾਲਾ ਸੀਗਾ ਮੋਨੂ ਡਾਗਰ। ਮੋਨੂ ਡਾਗਰ ਇੱਕ ਬਹੁਤ ਵੱਡਾ ਬਦਮਾਸ਼ ਹੈ। ਇਹ ਲਾਰੈਂਸ ਬਿਸ਼ਨੋਈ ਦਾ ਗੈਂਗ ਵੀ ਦੱਸਿਆ ਜਾ ਰਿਹਾ ਹੈ। ਇੱਕ ਕਈ ਅਪਰਾਧਿਕ ਮਾਮਲੇ ਦਰਜ ਨੇ ਤੇ ਹੁਣ ਮੋਨੂ ਡਾਗਰ ਦੇ ਨਾਲ ਮਿਲ ਕੇ ਰਾਮਕਰਨ ਨਾਲ ਜੁੜਿਆ। ਉਸ ਤੋਂ ਬਾਅਦ ਧੀਰੇ ਧੀਰੇ ਇਹ ਲਾਰੈਂਸ ਬਿਸ਼ਨੋਈ ਦੇ ਗਰੁੱਪ 'ਚ ਆਇਆ। ਲਾਰੈਂਸ ਬਿਸ਼ਨੋਈ ਦੇ ਜਿਹੜੇ ਗੁਰਗੇ ਸੀਗੇ ਕਾਲਾ ਜੇਠੜੀ, ਕਾਲਾ ਰਾਣਾ, ਇਹ ਵੀ ਬਹੁਤ ਵੱਡੇ ਗੈਂਗਸਟਰ ਨੇ। ਕਾਲਾ ਜੇਠੜੀ, ਕਾਲਾ ਰਾਣਾ ਹੁਣ ਵੀ ਜੇਲ੍ਹ 'ਚ ਬੰਦ ਨੇ। ਇਹਨਾਂ ਦੇ ਵੀ ਕਾਫੀ ਮਾਮਲੇ ਜਿਹੜੇ ਆ ਉਹ ਦਰਜ ਹੈ। ਉਹਨਾਂ ਦੇ ਨਾਲ ਮਿਲ ਕੇ ਫਿਰ ਇਹਨੇ ਜਿਹੜੇ ਮਰਡਰ, ਫਿਰੌਤੀ, ਜਿਹੜੀ ਰੰਗਦਾਰੀ, ਪ੍ਰੋਟੈਕਸ਼ਨ ਮਨੀ, ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀ ਹੈ ਉਹ ਕਰਨਾ ਸ਼ੁਰੂ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਇਹਦੇ ਤੇ ਹਰਿਆਣਾ ਤੇ ਜਿਹੜੇ ਹਰਿਆਣਾ 'ਚ ਘੱਟ ਤੋਂ ਘੱਟ 2 ਦਰਜਨ ਤੋਂ ਵੀ ਵੱਧ ਮਾਮਲੇ ਦਰਜ ਨੇ। ਵਾਂਟਡ ਹੈਗਾ। ਇੱਕ ਕ੍ਰਿਸ਼ਨ ਦੀ ਹੱਤਿਆ ਇਹਨੇ 2018-19 'ਚ ਇਹਨੇ ਕ੍ਰਿਸ਼ਨ ਦੀ ਹੱਤਿਆ ਕੀਤੀ ਸੀਗੀ। ਕ੍ਰਿਸ਼ਨ ਦੀ ਹੱਤਿਆ ਤੋਂ ਬਾਅਦ ਇਹ ਉੱਥੋਂ ਫਰਾਰ ਹੋ ਜਾਂਦਾ ਹੈ। 25,000 ਦਾ ਇਨਾਮ ਵੀ ਸੀਗਾ ਇਹਦੇ ਤੇ। 25,000 ਦਾ ਇਨਾਮ ਹਰਿਆਣਾ ਪੁਲਿਸ ਨੇ ਰੱਖਿਆ ਸੀਗਾ। ਉਸ ਤੋਂ ਬਾਅਦ ਇਹ ਅਚਾਨਕ ਗਾਇਬ ਹੋ ਜਾਂਦਾ ਹੈ। ਜਿਹੜੇ ਪਿੰਡ ਵਾਲੇ ਨੇ ਵੀ ਦੱਸਿਆ ਤੇ ਉਹਦੀ ਮਾਂ ਜਿਹੜੀ ਹੈਗੀ ਸੰਤੋਸ਼ੀ ਦੇਵੀ, ਉਹਨਾਂ ਨੇ ਵੀ ਦੱਸਿਆ ਕਿ ਉਸ ਤੋਂ ਬਾਅਦ ਕ੍ਰਿਸ਼ਨ ਦੀ ਜਦ ਇਹਨਾਂ ਨੇ ਮਰਡਰ ਕੀਤਾ, ਉਸ ਤੋਂ ਬਾਅਦ ਇਹ ਗਾਇਬ ਹੋ ਜਾਂਦਾ। ਉਸ ਤੋਂ ਬਾਅਦ ਇਹ ਲਾਰੈਂਸ ਬਿਸ਼ਨੋਈ ਦੀ ਗੈਂਗ ਦੇ ਨਾਲ ਲਗਾਤਾਰ ਕੰਮ ਕਰ ਰਿਹਾ ਸੀਗਾ ਤੇ ਹੁਣ ਸਿੱਧੂ ਮੂਸੇਵਾਲੇ ਦੇ ਮਰਡਰ ਨੂੰ ਲੈ ਕੇ ਇਹ ਸਭ ਤੋਂ ਮੇਨ ਲੀਡ ਹੈ। ਸਭ ਤੋਂ ਮੇਨ ਲੀਡ ਇਸ ਕਰਕੇ ਹੈ ਕਿ ਸਾਰੀ ਚੀਜ਼ਾਂ ਦੀ ਪਲੈਨਿੰਗ ਨੂੰ ਲੈ ਕੇ, ਹਥਿਆਰਾਂ ਨੂੰ ਲੈ ਕੇ, ਜਿਹੜੀ ਤੁਸੀਂ ਵੀ ਗੱਲ ਕਰ ਰਹੇ ਹੋ, ਗ੍ਰੇਨੇਡ 40 mm ਦੇ ਜਿਹੜੇ ਹੋਰ ਵੱਡੇ ਵੈਪਨਸ ਨੇ ਜਿਹੜੇ ਵਿਦੇਸ਼ ਤੋਂ ਆਏ ਨੇ। ਖੁਦ ਪੁਲਿਸ ਮੰਨ ਰਹੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਗ੍ਰੇਨੇਡ ਯੂਜ਼ ਹੋਏ ਹੈ, ਇਹ ਸਾਰੇ ਜਿਹੜੇ ਹੈ ਵਿਦੇਸ਼ ਹੁੰਦੇ, ਰੂਸੀ ਸੈਨਾ 'ਚ ਯੂਜ਼ ਹੁੰਦੇ। ਇਹ ਕਿੱਥੋਂ ਆਏ? ਇਹ ਵੀ ਹੁਣ ਤੁਹਾਡੇ ਇਹ ਵੀ ਆਉਂਦੇ ਹੈ, ਇਸ ਪੈਟਰਨ ਤੇ ਵੀ ਆਉਂਦੇ हैं। लेकिन प्रियव्रत फौजी की ਆਪਾਂ थोड़ी जी हिस्टरी दस दईए कि लगातार ये ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨਾਲ लगातार इस तरह की काम कर रहा ਸੀਗਾ। ਤੇ ਹੁਣ ਜਿਹੜੀ ਇਹ ਜਦ ਪਲੈਨਿੰਗ ਹੋਈ, ਸਿੱਧੂ ਮੂਸੇਵਾਲੇ ਦੇ ਮਰਡਰ ਦੀ ਜਦ ਪਲੈਨਿੰਗ ਹੋਈ ਤੇ ਸਭ ਤੋਂ ਪਹਿਲਾਂ ਸਿਲੈਕਟ ਕੀਤਾ ਗਿਆ प्रियव्रत फौजी ਤੇ ਜਗਰੂਪ ਰੂਪਾ। ਇਹ ਦੋ ਲੋਕਾਂ ਨੂੰ ਜਿਹੜਾ ਹੈਗਾ ਉਹ ਕੀਤਾ ਹੈ। ਜਗਰੂਪ ਰੂਪਾ ਅੰਮ੍ਰਿਤਸਰ ਦਾ ਰਹਿਣ ਵਾਲਾ, ਰੂਲਰ ਦਾ, ਤੇ ਇਹ ਜਿਹੜਾ प्रियव्रत फौजी ਹੈ ਇਹ ਹੈਗਾ ਸੋਨੀਪਤ ਦੇ ਗੜੀ ਸਿਸਾਨਾ ਦਾ ਰਹਿਣ ਵਾਲਾ। ਇਹ ਆਪਸ 'ਚ ਦੱਸਿਆ ਜਾ ਰਿਹਾ ਹੈ ਕਿ ਆਪਸ 'ਚ ਜਿਹੜੇ ਹੈਗੇ ਜਾਣਕਾਰ ਇਹਨਾਂ ਨੂੰ ਸੌਂਪਿਆ ਗਿਆ। ਮੇਨ ਲੀਡ ਕਰ ਰਿਹਾ ਸੀਗਾ प्रियव्रत फौजी। ਇਹ ਜਿਹੜਾ ਪੁਲਿਸ ਨੇ ਵੀ ਇਹ ਖੁਲਾਸਾ ਕੀਤਾ ਹੈ ਕਿ ਜਦ ਇਹ ਵਾਰਦਾਤ ਨੂੰ ਅੰਜਾਮ ਦਿੱਤਾ, ਸਿੱਧੂ ਮੂਸੇਵਾਲੇ ਦਾ ਮਰਡਰ ਕੀਤਾ, ਤੇ प्रियव्रत फौजी ਹੀ ਲੀਡ ਕਰ ਰਿਹਾ ਸੀਗਾ। ਬਲੈਰੋ ਗੱਡੀ 'ਚ ਬੈਠਿਆ ਸੀਗਾ, ਇਹ ਲੀਡ ਕਰ ਰਿਹਾ ਸੀ। ਸਭ ਤੋਂ ਪਹਿਲਾਂ ਮਨੂ ਜਿਹੜਾ ਹੈਗਾ ਉਹਨੇ ਫਾਇਰਿੰਗ ਕੀਤੀ। ਉਸ ਤੋਂ ਬਾਅਦ ਫਿਰ प्रियव्रत फौजी ਨੇ ਆ ਕੇ ਫਾਇਰਿੰਗ ਕੀਤੀ ਸਿੱਧੂ ਮੂਸੇਵਾਲੇ ਤੇ। ਉਸ ਤੋਂ ਬਾਅਦ ਇਹਨਾਂ ਨੇ ਦੁਬਾਰਾ ਤੋਂ ਆ ਕੇ ਦੇਖਿਆ ਕਿ ਉਹ ਮਰਿਆ ਜਾਂ ਨਹੀਂ ਮਰਿਆ। ਉਸ ਤੋਂ ਬਾਅਦ ਜਿੱਦਾਂ प्रियव्रत फौजी ने उन्होंने कहा, जिन्हें भी 6-7 शूटर सीगे, जिद्दां उन्होंने गाइड किया, उस तो बाद ये सारे अलग अलग हो गए, डिवाइड हो गए। जी हुण तक की जानकारी मिली है कि प्रियव्रत फौजी ते अंकित वो हरियाणा साइड भज गए और उस तो बाद जिहड़े दूजे सीगे जगरूप रूपा होर जिन्हां दे साथी सीगे और राजस्थान वल जिहड़े हैगे, क्योंकि बॉर्डर एरिया बिल्कुल नाल है। जे आप गल करिए मानसा के बिल्कुल बॉर्डर एरिया हरियाणा का भी, राजस्थान का भी जो बॉर्डर है वह डिफरेंस ज़्यादा नहीं है। ये उत्थों भज गए क्योंकि प्रियव्रत फौजी को सारा
ਅਸਲਾ ਜਿਹੜਾ ਹੈ ਉਹ ਪ੍ਰਾਈਵੇਟ ਫੌਜੀ ਕੋਲ ਸੀਗਾ। ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਜਿਹੜੀ ਇਨਵੈਸਟੀਗੇਸ਼ਨ ਸਾਡੀ ਆਈ ਹੈ ਕਿ ਪ੍ਰਾਈਵੇਟ ਫੌਜੀ ਕੋਲ ਸਾਰਾ ਅਸਲਾ ਸੀਗਾ, ਇੱਕ ਬੈਗ 'ਚ ਭਰਿਆ ਸੀਗਾ। ਉਹ ਕਿੱਥੇ ਪਹੁੰਚਿਆ? ਰਾਤ ਉਹਨੇ ਸਟੇ ਕੀਤਾ ਹੈ, ਲੇਟ ਨਾਈਟ ਉਹ ਪਹੁੰਚਦੇ ਹੈ। ਪ੍ਰਦੀਪ ਉਹਨਾਂ ਨੂੰ ਲੈ ਕੇ ਜਾਂਦਾ ਹੈ ਕਿਰਮਾਰਾ ਪਿੰਡ, ਜਿਹੜਾ ਹਿਸਾਰ ਤੋਂ 30 ਕਿਲੋਮੀਟਰ ਜਿਹੜਾ ਪਿੰਡ ਹੈ ਕਿਰਮਾਰਾ, ਉੱਥੇ ਉਹ ਪਹੁੰਚਦੇ ਹੈ ਰਮੇਸ਼ ਦੇ ਘਰ ਉੱਥੇ ਸਟੇ ਹੁੰਦਾ ਹੈ। ਸਵੇਰੇ ਇਹ ਉੱਥੇ ਹੀ ਨੇੜੇ ਤੇੜੇ ਜਿਹੜੇ ਹਥਿਆਰ ਨੇ, ਜਿਹੜੇ ਵੈਪਨ ਨੇ, ਗ੍ਰੇਨੇਡ ਨੇ, ਹੋਰ ਜਿਹੜੇ 4mm ਜਿਹੜੇ ਵੀ ਫੜੇ ਹੈ ਪੁਲਿਸ ਨੇ, ਉਹ ਸਾਰੇ ਉੱਥੇ ਹੀ ਲੁਕੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਰਮੇਸ਼ ਦੀ ਜਿਹਦੇ ਘਰ ਉਹ ਸਟੇ ਕੀਤਾ ਸੀਗਾ ਉਹਨਾਂ ਨੂੰ ਤਾਂ ਇਸ ਬਾਰੇ ਪਨਕ ਵੀ ਨਹੀਂ ਲੱਗੀ ਕਿ ਆਖਿਰ ਬਿਲਕੁਲ ਮਨੋਜ ਇਸੇ ਤੇ, ਕਿਉਂਕਿ ਬਾਅਦ ਦੇ ਵਿੱਚ ਹੋਰ ਵੀ ਚਰਚਾ ਜ਼ਰੂਰੀ ਹੈ, ਪਰ ਖਾਸ ਤੌਰ ਤੇ ਜ਼ਿਕਰ ਹੋ ਰਿਹਾ ਕਿ ਆਖਰਕਾਰ ਪ੍ਰਿਆਵਰਤ ਫੌਜੀ ਕਿੱਥੋਂ ਦਾ ਹੈ, ਕਿਉਂ ਇਸ ਤਰ੍ਹਾਂ ਦੀ ਜ਼ੁਲਮ ਦੇ ਦੁਨੀਆ ਦੇ ਵਿੱਚ ਕਦਮ ਰੱਖਿਆ, ਤਾਂ ਕਿਵੇਂ ਸਾਰਾ ਲੀਡ ਕੀਤਾ ਜਾ ਰਿਹਾ ਸੀ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ। ਸਿੱਧਾ ਚੱਲਦੇ हैं सोनीपत। नितिन अंतल साढ़े पत्रकार ने ज्यादा गलबात दे ली। नितिन, आपके पास क्या कुछ जानकारी, क्योंकि अगर प्रियव्रत फौजी की बात की जाए तो सबसे अहम कड़ी है, सबसे पहले जो है फायरिंग करने वाला या कहें कि सबको लीड करने वाला प्रियव्रत फौजी है। आपके पास क्या कुछ जानकारी, क्योंकि वो सोनीपत का ही रहने वाला। जी बिल्कुल, जिस प्रियव्रत की आप बात की इस मामले में की जा रही है, जो मैन लीड कर रहा था, और सबसे बड़ी बात प्रियव्रत उसमें से था जिसने गन पॉइंट पर मूछेवाला को रखा और मूछेवाला को शूट किया। सबसे पहले जानकारी उसके बारे में ये निकल कर आई कि वो 10वीं क्लास के स्टूडेंट था। उस टाइम पे वह महाराष्ट्र के पूना में फौज में चला गया था। 2015 में जून में उसका प्रमोशन हुआ था और उसे सूबेदार बना दिया गया था, लेकिन उसी दौरान वह घर वापिस आ गया था गढ़ी सिसाना, और अपने 2 साथी मंजीत जो गढ़ी सिसाना का ही रहने वाला है, और जो मोनू डागर जो इस मामले में भी जो प्रोडक्शन वारंट पर लिया गया सिद्धू मूसावाला मामले में, वो पहले ही प्रियव्रत का साथी था, जो गांव रेवली का रहने वाला। तीनों ने 2015 में पहली हत्या की वारदात को अंजाम दिया था और उसके बाद यह जेल चला गया था, और जमानत पर यह वापिस आया तो यह नहीं माना, और इसने जो रामकर्ण गैंग है सोनीपत की ही, उसने 2018 में अजय बिट्टू बरोड़ा के पिता की गोली मारकर हत्या कर दी। और उसके बाद ये ही नहीं, इस पर बहुत ज्यादा संगीन मामले दर्ज थे, और यह 2-2.5 साल पहले घर से गायब हो गया था। और अभी तक प्रियव्रत के बारे में यही जानकारी निकल कर आई कि प्रियव्रत ने जो सबसे पहले हत्या की थी वह अपने दोस्त था, जो उसका मंजीत, जो रुखी गांव का रहने वाला था। कमासपुर गांव में उसने हत्या की थी प्रियव्रत ने। उसने मंजीत के साथ कोई कहा सुनी हुई थी, और उसके बाद जो रुखी गांव का लड़का था उसकी बेरहमी से हत्या की गई थी। कहीं ना कहीं यह अपराध में पैर रखने का प्रियव्रत फौजी का पहला कदम था, और उसके बाद सिद्धू मूसावाला में उसका नाम सामने आया, और जो खुलासे हुए वो बहुत ज्यादा दंग कर देने वाले हैं। जी 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 बिल्कुल नितिन, बहुत बड़े खुलासे, और सबसे पहले नाम जो है प्रियव्रत फौजी का ही लिया गया और कहा गया कि इसके इनको ही जो जिम्मेवारी है वो दी जाएगी। बहुत बहुत अहम अगर बात की जाए तो इसमें खुलासे हो रहे हैं। बहुत बहुत शुक्रिया आपका नितिन तमाम जानकारी के लिए। सीधे तौर पर मनोज भी लगातार जुड़े ने, पर फिलहाल मनोज भी तुहाडा भी धन्नवाद है। तो कड़ी दर कड़ी जुड़ती हुई नजर आ रही है। एक ब्रेक के लिए रुक रहे हैं, जल्दी वापस आवांगे।